ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਜ ਪ੍ਰਕਾਸ਼ ਤੇ ਵਿਚਾਰ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਅੱਜ ਪੰਨਾ ਨੰਬਰ 27-28 ਤੋਂ ਅੱਗੇ ਸ਼ੁਰੂ ਕਰਦੇ ਹਾਂ, ਜੋ ਡਾਕਟਰ ਅਜੀਤ ਸਿੰਘ ਔਲਖ ਵੱਲੋਂ ਲਿਖੇ ਗਏ ਅਰਥਾਂ ਸਮੇਤ ਗ੍ਰੰਥ ਦਾ ਭਾਗ ਪਹਿਲਾ ਹੈ। ਉਹਦੇ ਵਿੱਚੋਂ ਸਿੱਖ ਧਰਮ ਵਿੱਚ ਇੱਕ ਸ਼ਬਦ ਵਾਹਿਗੁਰੂ, ਜੋ ਕਿ ਹਰ ਸਿੱਖ ਦੀ ਜ਼ੁਬਾਨ ਉੱਤੇ ਹੈ, ਗੁਰਦੁਆਰਿਆਂ ਵਿੱਚ ਵਹਿੰਦਿਆਂ ਉੱਠਦਿਆਂ ਹਰ ਸਮੇਂ ਸਿੱਖ ਇਸ ਸ਼ਬਦ ਨੂੰ ਵਾਰ-ਵਾਰ ਆਪਣੇ ਮੂੰਹ ਚੋਂ ਕੱਢਦਾ ਹੈ। ਇਸ ਦਾ ਰਟਨ ਕਰਦਾ ਹੈ। ਕਈ ਜਗ੍ਹਾ 'ਤੇ ਗੁਰਦੁਆਰਿਆਂ ਵਿੱਚ 5-5, 10-10, 15-15, ਕਈ ਵਾਰ ਅੱਧਾ ਘੰਟਾ ਵਾਹਿਗੁਰੂ ਸ਼ਬਦ ਦਾ ਸਿਮਰਨ ਕੀਤਾ ਜਾਂਦਾ ਹੈ। ਅੱਜ ਦੀ ਜਿਹੜੀ ਵਿਚਾਰ ਸਾਡੀ ਹੈ, ਇਸ ਉੱਤੇ ਨਹੀਂ ਹੈ ਕਿ ਇਹ ਠੀਕ ਹੈ ਜਾਂ ਗਲਤ ਹੈ। ਅੱਜ ਜਿਹੜੀ ਅਸੀਂ ਵਿਚਾਰ ਕਰਨੀ ਹੈ ਕਿ ਇਹ ਸ਼ਬਦ ਕਿੱਥੋਂ ਆਇਆ ਔਰ ਸਿੱਖ ਇਸ ਦਾ ਰਟਨ ਕਿਉਂ ਕਰਦੇ ਹਨ। ਜੋ ਹਮੇਸ਼ਾ ਮੈਂ ਬੇਨਤੀ ਅਖੀਰ ਵਿੱਚ ਕਰਿਆ ਕਰਦਾ, ਪਹਿਲਾਂ ਕਰ ਦੇਵਾਂ, ਇਹ ਖੋਜ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਤੁਸੀਂ ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮ ਏ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਪਸੰਦ ਕਰੋ, ਅਤੇ ਜੇ ਅੱਗੇ ਚੰਗਾ ਲੱਗੇ ਪੂਰੀ ਵੀਡੀਓ ਸੁਣਨ ਤੋਂ ਬਾਅਦ ਤਾਂ ਆਪਣੇ ਸਾਰੇ ਦੋਸਤਾਂ ਮਿੱਤਰਾਂ ਨਾਲ ਇਸ ਨੂੰ ਸਾਂਝਾ ਵੀ ਕਰੋ। ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਹਮੇਸ਼ਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਏ। ਸੋ ਆਓ ਅਸੀਂ ਵਿਚਾਰ ਕਰਦੇ ਹਾਂ ਕਿ ਵਾਹਿਗੁਰੂ ਸ਼ਬਦ ਸਾਡੇ ਲਈ ਕਿਉਂ ਜ਼ਰੂਰੀ ਹੈ, ਜਾਂ ਕਦੋਂ ਤੋਂ ਇਹ ਸ਼ਬਦ ਸਾਡੇ ਵਿੱਚ ਬਹੁਤ ਲਾਜ਼ਮੀ ਹੋਇਆ, ਜ਼ਰੂਰੀ ਹੋਇਆ। ਮੈਂ ਬਹੁਤ ਪਿਆਰ ਨਾਲ, ਨਿਸ਼ਚਾ ਨਾਲ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਈ ਵਾਰੀ ਪੜ੍ਹਿਆ, ਸਮਝਣ ਦੀ ਕੋਸ਼ਿਸ਼ ਕੀਤੀ। ਕਈ ਵਾਰ ਤਾਂ ਸਹਿਜ ਪਾਠ ਰੱਖ ਕੇ 10-10 ਮਹੀਨੇ ਤੱਕ ਇਸ ਦੀ ਵਿਚਾਰ ਸਹਿਤ ਇਸ ਦਾ ਅਧਿਐਨ ਕੀਤਾ। ਕਦੀ 2 ਪੰਨੇ, ਕਦੀ 4 ਪੰਨੇ ਪੜ੍ਹ ਕੇ ਅੰਕ ਇਸ ਦੀ ਵਿਚਾਰ ਕੀਤੀ। ਮੈਂ ਬੜਾ ਹੈਰਾਨ ਰਿਹਾ ਇਹ ਸਾਰੇ ਦੌਰਾਨ, ਪੜ੍ਹਨ ਦੌਰਾਨ, ਕਿ ਜੋ ਕੁਝ ਅਸੀਂ ਸਟੇਜਾਂ ਤੋਂ ਕਰਦੇ ਹਾਂ ਉਹ ਸਾਰੇ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਵਿਪਰੀਤ ਹੈ। ਪਰ ਮੈਂ ਕਿਉਂਕਿ ਸ਼ੁਰੂ ਤੋਂ ਹੀ ਸਾਰੇ ਬੰਦਿਆਂ ਨੂੰ ਸਾਰੀ ਸੋਝੀ ਨਹੀਂ ਹੁੰਦੀ, ਮੈਂ ਹੈਰਾਨ ਹੁੰਦਾ ਸੀ ਕਿ ਸਭ ਕੁਝ ਕਿਵੇਂ ਆਇਆ। ਤੋ ਉਸੇ ਹੀ ਸੰਦਰਭ ਵਿੱਚ ਅੱਜ ਵਾਹਿਗੁਰੂ ਸ਼ਬਦ ਦੀ ਅਸੀਂ ਵਿਆਖਿਆ ਕਰਨੀ ਆ। ਕਵੀ ਸੰਤੋਖ ਸਿੰਘ ਲਿਖਦੇ ਹਨ ਕਿ ਜਿਹੜਾ ਵਾਹਿਗੁਰੂ ਸ਼ਬਦ ਹੈ, ਪ੍ਰਭੂ ਜੀ ਦੇ ਨਿਰਗੁਣ ਅਤੇ ਸਰਗੁਣ ਸਰੂਪ ਦੇ ਜੋ ਨਾਂ ਹਨ, ਉਹਨਾਂ ਸਾਰਿਆਂ ਨਾਵਾਂ ਵਿੱਚ ਵਾਹਿਗੁਰੂ ਨਾਮ ਮਾਲਾ ਦੇ ਮਣਕਿਆਂ ਵਿੱਚ ਮੇਰੂ ਮਣਕਾ ਜਿਹੜਾ ਸਭ ਤੋਂ ਵੱਡਾ ਹੁੰਦਾ ਹੈ, ਵਾਂਗ ਸਭ ਤੋਂ ਉੱਚਾ ਸਮਝੋ ਅਤੇ ਇਸ ਨਾਂ ਦਾ ਸਿਮਰਨ ਕਰਨ ਵਿੱਚ ਦੇਰ ਨਹੀਂ ਕਰਨੀ ਚਾਹੀਦੀ। ਸਿੱਖ ਜਿਹੜਾ ਇਸ ਸ਼ਬਦ ਦਾ ਸਿਮਰਨ ਕਰਦੇ ਨੇ, ਉਸ ਦਾ ਆਧਾਰ ਇਹ ਕਵੀ ਸੰਤੋਖ ਸਿੰਘ ਦਾ ਗ੍ਰੰਥ ਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸੇ ਇੱਕ ਸ਼ਬਦ ਦਾ ਸਿਮਰਨ ਕਰਨ ਦਾ ਭਾਵ, ਉੱਥੇ ਸਿਮਰਨ ਕਰਨ ਦਾ ਤੇ ਉਪਦੇਸ਼ ਬਹੁਤ ਜਗ੍ਹਾ ਦਿੱਤਾ ਹੋਇਆ, ਪਰ ਉਹ ਸਿਮਰਨ ਕਿਹੜੇ ਸ਼ਬਦ ਦਾ, ਜੋ ਉਹ ਸਿਮਰਨ ਕੀ ਹੈ, ਉਹਦੇ ਬਾਰੇ ਉੱਥੇ ਨਹੀਂ ਲਿਖਿਆ ਹੋਇਆ। ਉਹਦੇ ਬਾਰੇ ਕਵੀ ਸੰਤੋਖ ਸਿੰਘ ਨੇ ਸਾਨੂੰ ਇਹ ਵਾਹਿਗੁਰੂ ਸ਼ਬਦ ਦਿੱਤਾ। ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਸ਼ਬਦ ਹੈ, ਐਸੀ ਕੋਈ ਗੱਲ ਨਹੀਂ, ਪਰ ਸਿਮਰਨ ਕਰਨ, ਇਹ ਸ਼ਬਦ ਦਾ ਸਿਮਰਨ ਕਰਨਾ, ਇਹ ਕਵੀ ਸੰਤੋਖ ਸਿੰਘ ਨੇ ਦਿੱਤਾ। ਪਹਿਲਾਂ ਮੈਂ ਦੱਸ ਦੇਵਾਂ, ਮਾਲਾ ਦੇ ਵਿੱਚ ਮੇਰ ਦਾ ਮਣਕਾ, ਮੇਰੂ ਦਾ ਮਣਕਾ ਕੀ ਹੁੰਦਾ ਹੈ। ਮਾਲਾ ਦੇ ਵਿੱਚ ਬਹੁਤ ਸਾਰੇ ਮੋਤੀ ਹੁੰਦੇ ਹਨ,
ਜਿਹੜੇ ਪਖੰਡ ਕਰਮ ਕਰਦੇ ਨੇ, ਜਿਹੜੇ ਰੱਬ ਨੂੰ ਕਿਸੇ ਗਿਣਤੀਆਂ ਮਿਣਤੀਆਂ ਦੇ ਜਾਪ ਦੁਆਰਾ ਪ੍ਰਾਪਤ ਕਰਨ ਦਾ ਐਸੀ ਉਹਨਾਂ ਦੀ ਸੋਚ ਹੈ ਕਿ ਰੱਬ ਨੂੰ ਪਾਇਆ ਜਾ ਸਕਦਾ ਹੈ। ਇੰਨੀਆਂ ਮਾਲਾ, ਇੰਨੀਆਂ ਮਣਕਿਆਂ ਵਾਲੀਆਂ ਮਾਲਾ ਨੂੰ ਫੇਰਿਆ ਜਾਵੇ, ਰੱਬ ਦੇ ਨਾਂ ਨੂੰ ਯਾਦ ਕੀਤਾ ਜਾਵੇ ਤਾਂ ਰੱਬ ਮਿਲ ਜਾਂਦਾ ਹੈ, ਰੱਬ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਮੇਰ ਦਾ ਮਣਕਾ ਮਾਲਾ ਕਿੰਨੀਆਂ ਹੋਈਆਂ, ਜਦੋਂ ਉਹ ਮੋਟਾ ਮਣਕਾ ਆਉਂਦਾ ਉਦੋਂ ਗਿਣਤੀ ਹੋ ਜਾਂਦੀ ਇੱਕ ਮਾਲਾ ਪੂਰੀ ਹੋ ਗਈ। ਤਾਂ ਜਿਹੜੇ ਪਖੰਡੀ ਜੋ ਕਰਮਕਾਂਡੀ ਲੋਕ ਨੇ ਉਹ ਪੱਥਰਾਂ ਦੀ ਢੇਰੀ ਰੱਖ ਲੈਂਦੇ ਆ ਅਤੇ ਉਧਰੋਂ ਇੱਕ ਪੱਥਰ ਚੱਕ ਕੇ ਦੂਜੇ ਪਾਸੇ ਸੁੱਟ ਦਿੰਦੇ ਆ। ਅਖੀਰ ਵਿੱਚ ਜਦੋਂ ਉਹ ਸਿਮਰਨ ਕਰਕੇ ਹਟਦੇ ਆ ਫਿਰ ਉਹ ਜਿਹੜੇ ਪੱਥਰ ਸੁੱਟੇ ਹੁੰਦੇ ਉਹਨਾਂ ਨੂੰ ਗਿਣ ਲੈਂਦੇ ਆ ਵੀ ਹਾਂ ਜੀ 100 ਮਾਲਾ ਹੋ ਗਈਆਂ, 500 ਮਾਲਾ ਹੋ ਗਈਆਂ। ਇੱਕ ਮਾਲਾ ਵਿੱਚ ਮੰਨ ਲਓ 1000 ਹੈ ਮਣਕਾ ਅਤੇ 1000 ਇੰਟੂ ਜਿੰਨੀਆਂ ਮਾਲਾ ਕੀਤੀਆਂ ਉਹਨੂੰ ਕਰ ਲਓ। ਜੇ 100 ਮਣਕੇ ਵਾਲੀ ਆ ਅਤੇ 101 ਮਣਕੇ ਵਾਲੀ ਹੈ ਤਾਂ ਉਹਨੂੰ 101 ਨਾਲ ਮਲਟੀਪਲਾਈ ਕਰ ਲਓ। ਇਸ ਤਰ੍ਹਾਂ ਕਰਮ ਕਾਂਡ ਸਿੱਖ ਧਰਮ ਗੁਰੂ ਨਾਨਕ ਦੇ ਮਾਰਗ ਤੋਂ ਪਹਿਲਾਂ ਇਸ ਸੰਸਾਰ ਵਿੱਚ ਸਨ ਅਤੇ ਉਹਨਾਂ ਚੀਜ਼ਾਂ ਦੀ ਹੀ ਉਦਾਹਰਣ ਦੇ ਕੇ ਕਵੀ ਸੰਤੋਖ ਸਿੰਘ ਲਿਖਿਆ ਕਿ ਵਾਹਿਗੁਰੂ ਜਿਹੜਾ ਸ਼ਬਦ ਹੈ ਉਹ ਜਿੱਦਾਂ ਮਾਲਾ ਦੇ ਮਣਕੇ ਹੁੰਦੇ ਆ, ਮੇਰੂ ਦੇ ਮਣਕੇ ਦਾ ਸਥਾਨ ਭਾਵ ਇਹ ਸਭ ਤੋਂ ਉੱਤਮ ਜਗ੍ਹਾ ਵਾਹਿਗੁਰੂ ਸ਼ਬਦ ਨਾਂ ਦੀ ਹੈ। ਹੁਣ ਅਸੀਂ ਵਿਚਾਰ ਕਰਾਂਗੇ ਕਿ ਵਾਹਿਗੁਰੂ ਸ਼ਬਦ ਉੱਤਮ ਕਿਉਂ ਹੈ, ਕਿਉਂਕਿ ਵਾਹਿਗੁਰੂ ਸ਼ਬਦ ਦੇ ਕਹਿਣ ਦੇ ਨਾਲ ਕੀ ਹੁੰਦਾ ਹੈ ਕਿ ਸਾਨੂੰ 4 ਜਿਹੜੇ ਰੱਬ ਦੇ ਨਾਵਾਂ ਦਾ ਸਿਮਰਨ ਹੋ ਜਾਂਦਾ ਅਤੇ ਵਾਹਿਗੁਰੂ ਸ਼ਬਦ ਵਿੱਚ 4 ਅੱਖਰ ਆਉਂਦੇ ਹਨ, ਵਾਵਾ, ਹਾਹਾ, ਗੱਗਾ, ਰਾਰਾ। ਆਓ ਹੁਣ ਕਵੀ ਸੰਤੋਖ ਸਿੰਘ ਦੀ ਦੇਣ ਜੋ ਸਿੱਖ ਕੌਮ ਨੂੰ ਹੈ, ਵਾਵੇ ਤੋਂ ਬਣਦਾ ਹੈ ਵਾਸਦੇਵ, ਤੋਂ ਵਾਵਾ ਅੱਖਰ ਲਿਆ ਹੈ। ਵਾਸਦੇਵ ਰੱਬ ਦਾ ਨਾਮ ਹੈ, ਉਸ ਤੋਂ ਵਾਵਾ ਅੱਖਰ ਲਿਆ। ਓਕੇ। ਹਰੀ, ਵਿਸ਼ਨੂੰ ਤੋਂ ਹਾਹਾ ਚੁਣਿਆ, ਵਿਸ਼ਨੂੰ ਦਾ ਨਾਂ ਹਰੀ ਵੀ ਕਿਹਾ ਜਾਂਦਾ ਹੈ, ਉਸ ਤੋਂ ਹਾਹਾ ਚੁਣਿਆ। ਅਤੇ ਗੋਬਿੰਦ ਸ਼ਬਦ ਤੋਂ ਗੱਗਾ ਲਿਆ, ਗੋਬਿੰਦ ਵੀ ਰੱਬ ਦਾ ਨਾਂ ਆ, ਉਹ ਤੋਂ ਗੱਗਾ ਲਿਆ ਸਮਝੋ। ਅਤੇ ਰਾਮਚੰਦਰ ਤੋਂ ਰਾਰਾ ਅੱਖਰ ਲਿਆ ਮੰਨੋ। ਇਹ ਵਾਹੇ ਸ਼ਬਦ ਦੱਸਦਾ ਹੈ ਕਿ ਇਹ ਉਸ ਮੂਲ ਦਾ ਨਾਮ ਹੈ ਜਿਸ ਤੋਂ ਸਭ ਕੁਝ ਪ੍ਰਗਟ ਹੁੰਦਾ ਹੈ ਅਤੇ ਜਿਹੜਾ ਸਾਰੇ ਜਗਤ ਨੂੰ ਵੇਖਦਾ ਹੈ ਪਰ ਆਪ ਕਿਸੇ ਨੂੰ ਵਿਖਾਈ ਨਹੀਂ ਦਿੰਦਾ ਹੈ। 4 ਅੱਖਰਾਂ ਨੂੰ ਇੱਕ ਕਰਕੇ ਵਾਵਾ, ਹਾਹਾ, ਗੱਗਾ, ਰਾਰਾ ਵਾਹਿਗੁਰੂ ਨਾਮ ਬਣਾਇਆ ਹੈ। ਇਹ ਬੜਾ ਲਾਭਦਾਇਕ ਅਤੇ ਫਲਦਾਇਕ ਹੋਣ ਕਰਕੇ ਬੜਾ ਸੁਹਾਇਆ ਹੈ। ਇਸ ਇੱਕ ਨਾਮ ਦੇ ਸਿਮਰਨ ਨਾਲ 4 ਨਾਮਾਂ ਦਾ ਸਿਮਰਨ ਹੁੰਦਾ ਹੈ, ਜਿਸ ਨੂੰ ਮਨ ਵਿੱਚ ਧਾਰਨ ਕਰਨ ਨਾਲ ਵਿਵੇਕ ਪ੍ਰਗਟ ਹੁੰਦਾ ਹੈ। ਹੁਣ ਇਹ ਗੱਲ ਸਮਝ ਆ ਗਈ ਹੈ ਕਿ ਭਾਈ ਅਸੀਂ ਵਾਹਿਗੁਰੂ ਦਾ ਸਿਮਰਨ ਨਾਮ ਦਾ ਇਸ ਕਿਉਂ ਸ਼ਬਦ ਨੂੰ ਕਿਉਂ ਜਪਦੇ ਹਾਂ, ਕਿਉਂਕਿ ਅਸੀਂ ਵਾਸਦੇਵ ਨੂੰ ਜਪਦੇ ਹਾਂ, ਅਸੀਂ ਹਰੀ ਨੂੰ ਜਪਦੇ ਹਾਂ, ਅਸੀਂ ਗੋਬਿੰਦ ਨੂੰ ਜਪਦੇ ਹਾਂ, ਅਸੀਂ ਸੀਤਾ ਦੇ ਪਤੀ ਰਾਮਚੰਦਰ ਨੂੰ ਜਪਦੇ ਹਾਂ। ਰੋਆ ਰਾਮ ਨਿਕਾਲਾ ਭਇਆ, ਜਿਹੜਾ ਰਾਮਚੰਦਰ ਉਦੋਂ ਰੋਇਆ ਜਦੋਂ ਉਸ ਨੂੰ ਉਸਦੇ ਭਰਾਵਾਂ ਨੇ ਰਾਜ ਭਾਗ ਵਿੱਚੋਂ ਕੱਢ ਦਿੱਤਾ। ਫਿਰ ਉਦੋਂ ਵੀ ਰੋਇਆ ਜਦੋਂ ਸੀਤਾ ਤੇ ਲక్ష్మణ ਵਿਛੜ ਗਏ। ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ। ਜਿਹੜਾ ਬੰਦਾ ਰੋਂਦਾ ਸੀ ਉਸ ਨੂੰ ਰੱਬ ਬਣਾ ਕੇ ਸਾਨੂੰ ਇਹ ਕਵੀ ਸੰਤੋਖ ਸਿੰਘ ਕਹਿ ਰਿਹਾ ਕਿ ਉਹਦਾ ਸਿਮਰਨ ਕਰਨਾ ਸਭ ਤੋਂ ਉੱਤਮ ਕੰਮ ਹੈ। ਇਸ ਲਈ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨਾ ਚਾਹੀਦਾ ਹੈ। ਸਿੱਖ ਇਸ ਲਈ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਦੇ ਹਨ
क्योंकि सिख हिंदू ही हन। हुण वो वीर जिहड़े कहिंदे खालसा पंथ नराला निर्मल तीसरा पंथ ये दुनिया तो अलग है, पर सिमरन तां वो वासदेव दा करदे ने, सिमरन तां वो हरि दा करदे ने, सिमरन वो गोविंद ते गोविंद दा करदे ने, सिमरन वो श्री रामचंद्र दा करदे ने। पता नहीं कदों जाग आउणी है, कदों साडी असी सुत अनिंदरे तो बाहर आउणा है, कदों असी अपने पैरां ते खड़े होना। सानू आ कुछ सिखा दिता गया। हुण इत्थे मैं एक तुहानू छोटी जी विचार होर दे देवांगा। पूरा गुरु ग्रंथ साहिब जी मैं पढ़िया, तुसी भी पढ़ लिओ। किते एक जगह भी तुहानू अजिहा अनुभव होवे कि गुरु साहिबान ने या बाणीकारां ने रब दे किसे खास नाम का वर्णन किया होवे कि आ ना जेड़ा सब तो सुप्रीम है, सब तो उत्तम है। मैनू दस देना कमेंट बॉक्स विच कि आ देखो जी, इत्थे गुरु नानक पातशाह ने, गुरु अंगद देव जी पातशाह ने, गुरु अमरदास, गुरु रामदास, गुरु अर्जन देव जी या गुरु तेग बहादुर, क्योंकि 6 गुरु साहिबान की सिर्फ बाणी गुरु ग्रंथ साहिब विच है। होर गल मैं इत्थे प्रगट कर देवां कि जिस शब्द नूं अज सिख बहुत महानता दिंदे ने और दिन रात जिसका सिमरन करते हैं, इस शब्द का उचारण गुरु नानक पातशाह ने अपनी बाणी विच एक बारी भी नहीं किया, ना ही गुरु अंगद देव जी ने किया, ना ही गुरु अमरदास जी ने किया, ना ही गुरु रामदास जी ने किया, ना ही गुरु अर्जन देव जी पातशाह ने किया। होर तां होर 9वें पातशाह ने जो बाणी रचना की है वो उस समय तो बाद विच कीती है जदों भट्टां दे सवैयां दे विच वाहिगुरू शब्द जड़ा है वो गुरु ग्रंथ साहिब विच अंकित हो चुका सी। उस दे बावजूद भी गुरु तेग बहादुर जी ने अपनी बाणी विच वाहिगुरू शब्द का जिक्र एक बारी भी नहीं किया। होर तां होर 15 भगतां विचों भी किसी भगत ने वाहिगुरू शब्द का जिक्र एक बारी भी नहीं किया। 3 गुरसिखां दी बाणी है, उन्होंने भी कदी वाहिगुरू शब्द का जिक्र नहीं किया। हुण हैरानगी नहीं हुंदी भी जिहड़ा शब्द एडा महान है, जिन्हों मेरू दा मणका भाई संतोख सिंह कवि संतोख सिंह कह रहा, मेरू दा मणका जिहड़ा बहुत जरूरी है, मोटा मणका, उहदा जिक्र साडे सतगुर एक बार भी नहीं करते। तो फिर कि किते असी कोई ऐसी भुल ऐसी गलती तो नहीं कर रहे कि असी अपने गुरु साहिबान नूं अल्पक थोड़ी मत वाले सिद्ध कर रहे हों कि गुरु जी गुरु नानक पातशाह जी तुहानू तां पता ही नहीं सी, गुरु अंगद देव जी तुसी तां अणजान ही रहे, तुसी ज्ञानवान होए नहीं। सारे गुरु साहिबान कोई एडा जरूरी जिहड़ा शब्द सी, 4 अखरां दा शब्द जोड़ तुसी अपनी जिंदगी विच कदी बोलिया ही नहीं। तुहाडा जीवन सफला किवें होया? जदों तक वाहिगुरू दा सिमरन नहीं करदे मनुख जीवन सफला नहीं हुंदा। तो गुरु नानक पातशाह जी तुसी कदी भी नहीं कीता, गुरु अंगद देव जी तुसी भी नहीं कदी कीता, गुरु अमरदास, गुरु रामदास, गुरु अर्जन देव, गुरु तेग बहादुर, किसी गुरु साहिबान ने वाहिगुरू शब्द का सिमरन ही नहीं किया। अज सिख जिहड़े आ वो पूरी पूरी रात वाहिगुरू शब्द का सिमरन करते है ना कमाल। दोनों विचों एक तो गलत है ना, जां तां अज दे सिखां नूं गलत मनना पऊ, क्योंकि वो जदों लंगर छकना है, जदों प्रसाद वरताउणा है, हर वेले इस शब्द का सिमरन होंदा है। दिन रात जिथे किथे भी वाहिगुरू का सिमरन होंदा है, पर साडे गुरु साहिबान ने कदी भी नहीं कीता। फिर गुरु साहिबान नूं गलत मनीए जां असी किते भुल गए। होर गल
गुरु साहब ने हुक्म रजाई चलन की गल की। हुक्म रजाई चलना एक एक दे ऊड़े दे अगे एक लिख दिता। एक असी उसनूं रब कहीए, अकाल पुरख कहीए, या एक शक्ति कहीए, जां एक कानून कहीए जो सब ਲਈ बराबर है। सब ਲਈ बराबर है। जिवें गर्मी है ना, तपश है, जे धुप च खड़े हो गए, जे 40 डिग्री या 45 डिग्री टैंपरेचर है, उत्थे एक भिखारी नूं खड़ा कर दो जां एक राजे नूं खड़ा कर दो, उसनूं 45 डिग्री का सेक लगेगा। एक बर्फ वाली जगह ते किसी नूं खड़ा कर दो, वो बर्फ ने उतनी ठंडक पहुँचानी है। एक डूंगे पानी विच एक भिखारी छाल मार देवे, एक राजा मार देवे, जे उन्हां नूं तैरना नहीं आउंदा, उन्हां दोनां ने डुब जाना। यह है हुक्म। हुक्म रजाई, ये रजा, ये भाना, ये हुक्म, ये रब्बी कानून, ये सारियां लई बराबर है। मैं जिहड़ी गल करनी चाहुंदा वो ये है कि पूरे गुरु ग्रंथ साहब जिहड़ा साडा इष्ट है, ਉਹਦੇ ਵਿੱਚ ऐसा कोई विधि विधान नहीं है जिथे एक शब्द दे रटन की गल कीती गई होवे। पर यह कवि संतोख सिंह सानू यह 4 देवतियां 4 अवतारां दे नाम दा रटन सानू रब दे प्रचलित नामां दा रटन करन लई वाहिगुरू शब्द दी वडियाई दस रहा। फिर इहदा जदों सिमरन करोगे 4 हस्तियां दा सिमरन हो जाएगा, भाव 4 टाइम बेनीफिट, 4 गुणा तुहानू लाहा प्राप्त होएगा। पर एक कवि भुल गया कि वावे दे नाल कन्ना भी आ, हाहे नू सिहारी भी आ, गग्गे नू औंकड़ भी आ, रारे नू दलैंकड़ भी आ। ये 4 मात्रावां दा फिर कित्थे? पर क्योंकि गल बनाउणी ना, कहानी बनाउणी आ, सानू मूर्ख बनाउण लई, सानू बुद्धू बनाउण लई। पर जिथे आप ही कोई घर नूं संन लवाउण लई तैयार होवे, आप ही गुरु तो बेमुख होण लई तैयार होवे, गुरु तो उल्टे पासे जाण नूं तैयार होवे, गुरु ग्रंथ साहब की बाणी नूं ना पढ़ना चाहुंदा होवे, ना मनना चाहुंदा होवे, संतोख सिंह नूं अपने सिर ते बिठाउणा चाहुंदा होवे, उत्थे कोई की कर सकदा है? की कर सकदा जी? अपने घर नूं कोई आपे अग लावे, उसनूं किदां कोई बचा लो जी? अग 'च छाल मारो, उन्होंने किदां बचा लू? जे डूंगे पानी 'च छाल मारू, उन्होंने किदां बचा लोगे? जे सुसाइड कर रहा, जबरदस्ती है, मन की मर्जी है, उन्होंने किदां कोई बचा सकता है? क्यों? क्योंकि असी उन्हां लीहां ते, और सब तो वड्डा इस विच योगदान पाया साडे धार्मिक आगूआं ने, साडे प्रबंधकां ने, साडे प्रचारकां ने। उन्होंने यह संतोख सिंह वाली लीह नूं अपनाया और ये साढ़े 'च दृढ़ कर दी। अज बहुते सिख वीरां नूं मेरियां आ गल्लां अपील नहीं करनियां, मैनूं पता। उन्हें कहना लो जी ये वाहिगुरू शब्द ते किंतु कर रहा। भाई मैं किसी शब्द ते किंतु नहीं कर रहा, मैं तुहाडे को सच बयानी कर रहा। ये वाहिगुरू शब्द गुरु नानक पातशाह ने अपनी बाणी विच किते नहीं लिखिया, गुरु अंगद देव जी ने किते नहीं लिखिया। देख लो पढ़ के, जे मैं झूठा हाँ तुसीं पढ़ के देख लो, मैनूं दस दिओ भी आ गुरु नानक पातशाह ने आ देखो लिखिया होया, गुरु अंगद देव जी ने लिखिया होया, जां गुरु तेग बहादुर दा दस दिओ। उदों तक तो क्योंकि पहले 5-4 पातशाहियां तक तो ये साडे शब्दकोश विच वाहिगुरू शब्द हाले आया ही नहीं सी। ये आया भट्टां द्वारा गुरु ग्रंथ साहब दे विच, वाहिगुरू तेरा सब सदका सेवक के भरपूर जुग जुग, वो सारे शब्द असीं पढ़दे हाँ, उहदे विच वाहिगुरू शब्द आया। उदों पहलां अगे पिछे भी नहीं, वो दैट इज वो शुरुआत है, वही एंड है। पर अज असी सब कुछ त्याग के गुरबाणी नूं पढ़ना छड्ड के, गुरबाणी नूं विचारना छड्ड के असी संगती रूप विच इकट्ठे हुंदे आ। वो संगत तां इसलिए करनी सी कि उत्थे असी वो सच्चे गुणां दी विचार करनी सी। असी विचार छड्ड के एक शब्द दा रटन करन लग गए। इकट्ठे कद लई होए भी रब्बी गुणां दी विचार करनी आ, सच्चे गुणां दी विचार करनी आ। उत्थे असी एक शब्द दे उत्ते अटक गए और उहदे उत्ते असी अपना सारा समा लगा दिता।
ਅੱਗੇ ਅਸੀਂ ਦੇਖਦੇ ਹਾਂ ਕਿ ਕਿਵੇਂ ਸਾਨੂੰ ਇਹ ਕਵੀ ਇਹ ਦੂਜੇ ਭਾਗ ਵਿੱਚ ਸ਼ੁਰੂ ਕਿੱਦਾਂ ਕਰਦਾ। ਇਹ ਕਵੀ ਦਾ ਜਿਹੜੀ ਇਸ਼ਟ ਹੈ ਇਹ ਕੌਣ ਹੈ। ਹੁਣ ਤੁਹਾਨੂੰ ਇੱਥੇ ਮੈਂ ਅਰਥ ਹੀ ਦੱਸ ਦਿੰਦਾ। ਜਿਸ ਮਹਾਨ ਸ਼ਕਤੀ ਨੇ ਵੱਡੇ ਬਲਵਾਨ ਤੇ ਤੇਜ਼ਵਾਨ ਲੱਕੜੀ ਵਰਗੀਆਂ ਬਾਹਾਂ ਵਾਲੇ, ਨਾ ਖੰਡੇ ਜਾਣ ਵਾਲੇ ਤੇ ਨਾ ਸੋਧੇ ਜਾਣ ਵਾਲੇ ਮੂਰਖਾਂ ਦਾ ਨਾਸ਼ ਕਰ ਦਿੱਤਾ, ਉਸ ਸ਼ਕਤੀ ਨੇ ਰਣ ਤੱਤੇ ਵਿੱਚ ਜੋਸ਼ ਵਿੱਚ ਆ ਕੇ ਵੰਗਾਰ ਕੇ ਇੰਦਰ ਦੇ ਵੈਰੀਆਂ ਨੂੰ, ਇੰਦਰ ਇਹਦੇ ਲਈ ਬਹੁਤ ਮਹਾਨ ਹੈ। ਇਸ ਗ੍ਰੰਥ ਦੇ ਕਰਤਾ ਲਈ ਇੰਦਰ ਬਹੁਤ ਮਹਾਨ ਚੀਜ਼ ਹੈ। ਉਹ ਸਾਡੇ ਸਿੱਖ ਵੀ ਮੈਨੂੰ ਲੱਗਦਾ ਇੰਦਰ ਦੀ ਕਹਾਣੀ ਯਾਦ ਨਹੀਂ, ਉਹ ਵੀ ਰਾਤ ਨੂੰ ਆਰਤੀ ਵਿੱਚ ਪੜ੍ਹਦੇ ਨੇ। ਸੰਤਨ ਕੀ ਟੁਨ ਫੂਲਣ ਕੀ ਵਰਖਾ ਵਰਖਾਵੇ ਵਾਲਾ ਜਿਹੜਾ ਪੜ੍ਹਦੇ ਆ, ਉਹ ਇੰਦਰ ਨੂੰ ਜਦੋਂ ਰਾਜ ਗੱਦੀ 'ਤੇ ਬਿਠਾਇਆ ਗਿਆ ਨਾ, ਉਹਦੀ ਖੁਸ਼ੀ ਵਿੱਚ ਜਿਹੜੇ ਅਪੱਛਰਾਂ ਨੇ ਗੀਤ ਗਾਏ ਸੀ, ਉਹ ਸ਼ਬਦ ਰੋਜ਼ ਆਰਤੀ ਵਿੱਚ ਜਾਂ ਤੇ ਪ੍ਰਸੰਨ ਪਏ ਹੈ ਮਹਾਮੁਨ ਦੇਵਨ ਕੇ ਤਪ ਮੈਂ ਸੁਖ। ਉਹ ਇੰਦਰ ਨੂੰ ਰਾਜ ਤਿਲਕ ਦੇਣ ਲਈ, ਜਦੋਂ ਪਹਿਲਾਂ ਰਾਖਸ਼ਾਂ ਨੇ ਦੈਂਤਾਂ ਨੇ ਰਾਜ ਖੋਹ ਲਿਆ ਸੀ, ਫਿਰ ਦੇਵੀ ਨੇ ਇਹਨਾਂ ਦੀ ਮਦਦ ਕੀਤੀ, ਰਾਖਸ਼ਾਂ ਨੂੰ ਮਾਰ ਕੇ ਤਾਂ ਰਾਜ ਮੁੜ ਕੇ ਇੰਦਰ ਨੂੰ ਦਿੱਤਾ। ਉਸ ਵੇਲੇ ਜਿਹੜੀ ਪਾਰਟੀ ਕੀਤੀ, ਜਿਹੜਾ ਜਸ਼ਨ ਮਨਾਇਆ, ਜਿਹੜੇ ਉਹਦੇ ਵਿੱਚ ਅਪੱਛਰਾਵਾਂ ਨੱਚੀਆਂ, ਉਸ ਖੁਸ਼ੀ ਦੇ ਮਾਹੌਲ ਵਿੱਚ ਉਹ ਜਿਹੜਾ ਗੀਤ ਗਾਇਆ ਗਿਆ, ਉਹ ਰੋਜ਼ ਸਿੱਖ ਸ਼ਾਮ ਨੂੰ ਆਰਤੀ ਵੇਲੇ ਪੜ੍ਹਦੇ ਨੇ, ਬੜੇ ਖੁਸ਼ ਨੇ ਕਿ ਇੱਕ ਜਿਹੜਾ ਐਸੇ ਬੰਦੇ ਨੂੰ ਰਾਜਗੱਦੀ 'ਤੇ ਬਿਠਾਤਾ ਜਿਹੜਾ ਵਿਭਚਾਰੀ ਹੈ। ਗੌਤਮ ਰਿਸ਼ੀ ਅਹਲਿਆ ਨਾਰੀ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ, ਉਹਦੇ ਨਾਲ ਇੰਦਰ ਨੇ ਦੁਰਾਚਾਰ ਕੀਤਾ ਸੀ, ਉਹਦੀ ਪੱਤ ਲੁੱਟੀ ਸੀ। ਉਸ ਇੰਦਰ ਨੂੰ ਰਾਜਗੱਦੀ 'ਤੇ ਬਿਠਾਉਣ ਦੀ ਖੁਸ਼ੀ ਵਿੱਚ ਰੋਜ਼ ਸਿੱਖ ਰਾਤ ਨੂੰ ਸੋਹਲੇ ਗਾਉਂਦੇ ਹਨ। ਅਤੇ ਉਹ ਦੇਵੀ ਦੀ ਗੱਲ ਕੀਤੀ ਹੈ ਜਿਸ ਨੇ ਬੈਰੀਆਂ ਨੂੰ ਜਿੱਤ ਲਿਆ। ਉਹ ਮਹਾਨ ਸ਼ਕਤੀ ਦੇ ਹੱਥਾਂ ਵਿੱਚ ਧਨੁੱਖ ਵੇਖ ਕੇ ਵੈਰੀਆਂ ਦੇ ਮੂੰਹ ਪੀਲੇ ਹੋ ਗਏ ਅਤੇ ਭੈ ਖਾ ਕੇ ਨੱਸ ਗਏ। ਉਸ ਸ਼ਕਤੀ ਦਾ ਬ੍ਰਹਮੰਡ ਵਿੱਚ ਫਿਰ ਬੜਾ ਜਸ ਹੋਇਆ। ਉਹ ਸ਼ਾਰਦਾ ਸ਼ਕਤੀ ਹੀ ਸਿੱਧੀ ਨਿਧੀ ਅਤੇ ਬੁੱਧੀ ਦੀ ਦਾਤਾ ਹੈ। ਉਹ ਯੁੱਧ ਵਿੱਚ ਸਹਾਇਕ ਅਤੇ ਸੰਸਾਰ ਨੂੰ ਵਿੱਦਿਆ ਅਤੇ ਸੁੰਦਰਤਾ ਬਖਸ਼ਣ ਵਾਲੀ ਹੈ। ਇਹ ਸਭ ਕੁਝ ਕੀਤਾ ਕਿਸ ਲਈ ਸੀ? ਇਸ ਨੇ ਉਹ ਇੰਦਰ ਦੇਵਤੇ ਨੂੰ ਰਾਜ ਗੱਦੀ 'ਤੇ ਬਿਠਾਉਣਾ ਸੀ। ਵੰਗਾਰ ਕੇ ਇੰਦਰ ਦੇ ਵੈਰੀਆਂ ਨੂੰ ਜਿੱਤ ਲਿਆ, ਉਹਨਾਂ ਨੂੰ ਮਾਰ ਦਿੱਤਾ। ਇੰਦਰ ਨੂੰ, ਵਿਭਚਾਰੀ ਨੂੰ, ਲੋਕਾਂ ਦੀਆਂ ਔਰਤਾਂ ਦੀ ਪੱਤ ਲੁੱਟਣ ਵਾਲੇ ਨੂੰ, ਜ਼ਬਰਦਸਤੀ ਕਰਨ ਵਾਲੇ ਨੂੰ, ਧੋਖਾ ਕਰਨ ਵਾਲੇ ਨੂੰ ਰਾਜ ਗੱਦੀ 'ਤੇ ਬਿਠਾਇਆ। ਅਤੇ ਬਿਠਾਉਣ ਵਾਲੀ ਇਹ ਦੇਵੀ, ਉਸ ਦਾ ਭਗਤ ਸੰਤੋਖ ਸਿੰਘ, ਅਤੇ ਉਹ ਸਾਰੇ ਵੀਰ ਉਸੇ ਲਾਈਨ ਵਿੱਚ ਖੜੇ ਨੇ ਜਿਹੜੇ ਸੂਰਜ ਪ੍ਰਕਾਸ਼ ਗ੍ਰੰਥ ਨੂੰ ਮਹਾਨ ਗ੍ਰੰਥ ਮੰਨਦੇ ਨੇ। ਉਹ ਕੋਈ ਵੀ ਹੋਵੇ, ਕਿੱਡਾ ਵੀ ਵੱਡਾ ਹੋਵੇ, ਭਾਵੇਂ ਉਹ ਪਿੰਦਰਪਾਲ ਹੋਵੇ, ਭਾਵੇਂ ਉਹ ਸੰਤ ਸਿੰਘ ਮਸਕੀਨ ਹੋਵੇ, ਕੋਈ ਵੀ ਹੋਵੇ, ਭਾਵੇਂ ਬਾਬਾ ਬੰਤਾ ਸਿੰਘ ਹੋਵੇ, ਜਿਹੜੇ ਵੀ ਇਸ ਗ੍ਰੰਥ ਨੂੰ ਮੰਨਦੇ ਨੇ, ਕੋਈ ਵੀ ਹੋਵੇ, ਉਹ ਸਾਰੇ ਹੀ ਇੰਦਰ ਦੀ ਕੈਟਾਗਰੀ 'ਚ ਆਉਂਦੇ ਨੇ। ਇੰਦਰ ਨੂੰ ਮਹਾਨ ਮੰਨਣ ਵਾਲੇ ਇੰਦਰ ਦੀ ਸੋਚ ਦੀ ਕੈਟਾਗਰੀ ਵਿੱਚ ਆਉਣਗੇ। ਜੇ ਤਾਂ ਉਸ ਕੈਟਾਗਰੀ ਵਿੱਚ ਰੱਖਣਾ ਚਾਹੁੰਦੇ ਹੋ, ਫਿਰ ਜੀ ਸਦਕੇ ਸੂਰਜ ਪ੍ਰਕਾਸ਼ ਗ੍ਰੰਥ ਦੀ ਉਸਤਤ ਕਰੋ, ਸੋਹਲੇ ਗਾਓ, ਇਸ ਨੂੰ ਮਹਾਨ ਚੂੜਾਮਣੀ ਕਵੀ ਕਹੋ, ਇਸ ਗ੍ਰੰਥ ਦੀ ਰੋਜ਼ ਕਥਾ ਕਰੋ। ਪਰ ਜੇਕਰ ਸੱਚੇ ਸੁੱਚੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਬਣਨਾ ਚਾਹੁੰਦੇ ਹੋ ਤਾਂ ਭਾਈ ਫਿਰ ਥੋੜ੍ਹਾ ਜਿਹਾ ਖਿਆਲ ਕਰਨਾ ਪਊ, ਫਿਰ ਮੋੜਾ ਘਟਣਾ ਪਊ। ਅਤੇ ਅੱਜ ਦੀ ਵਿਚਾਰ ਅਸੀਂ ਇੱਥੇ ਸੰਕੋਚਦੇ ਹਾਂ। ਵਾਹਿਗੁਰੂ ਸ਼ਬਦ ਦਾ ਸਿਮਰਨ ਕਿਉਂ ਕਰਦੇ ਹਾਂ, ਇਹ ਤੁਹਾਨੂੰ ਦੱਸ ਦਿੱਤਾ ਹੈ। ਕਿਉਂਕਿ 4 ਦੇਵਤਿਆਂ ਦੀ, 4 ਅਵਤਾਰਾਂ ਦੀ ਅਸੀਂ ਜੋ ਉਹਦਾ ਸਿਮਰਨ ਕਰਦੇ ਹਾਂ, ਉਹਦੇ ਵਿੱਚ ਰਾਮਚੰਦਰ ਵੀ ਆਉਂਦਾ, ਔਰ ਉਹਦੇ ਵਿੱਚ ਗੋਬਿੰਦ ਵੀ ਆਉਂਦਾ, ਹਰੀ ਵੀ ਆਉਂਦਾ, ਅਤੇ ਉਹਦੇ ਵਿੱਚ ਜਿਹੜੇ ਸਾਰੇ ਦੇਵਤੇ ਆ ਗਏ 4। ਅਤੇ ਜੇਕਰ ਤੁਸੀਂ ਇਹਨਾਂ ਦੇਵਤਿਆਂ ਦਾ ਸਿਮਰਨ ਕਰਨਾ, ਵੀ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ, ਇਹ ਤੁਹਾਡੀ ਮਰਜ਼ੀ ਹੈ। ਆਓ ਇੱਥੇ ਹੀ ਸੰਕੋਚ ਕੇ ਬੰਦ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਮਾफ़ੀ, ਉਹੀ ਬੇਨਤੀ
जे ये खोज चंगी लगी है तो मेरे वीडियो नू सबसक्राइब करो, वीडियो नू लाइक करो, पसंद करो, साझा करो। आओ फतेह बुलाइए। वाहिगुरू जी का खालसा, वाहिगुरू जी की फतेह।